सरकार कह रही है 300 यूनिट बिजली फ्री करांगे, 500 यूनिट बिजली फ्री करांगे, पर लेकिन इन्हों के कानून कदों रद्द होणगे ਇਹਦੇ ਬਾਰੇ ਕੋਈ ਐਮਐਲਏ ਕੋਈ ਨੇਤਾ ਕੋਈ ਸੀਐਮ ਨਹੀਂ ਬੋਲ ਰਿਹਾ। ਕਿਉਂ? ਠੀਕ ਆ, ਮੰਨਦੇ ਆ ਅਸੀਂ ਖੂਨੀ ਜਜ਼ਬਾਤ ਆ ਸਾਡੇ ਅੰਦਰ, ਅਸੀਂ ਬਹੁਤ ਕੁਝ ਕਰਕੇ ਦੇਖ ਲਿਆ। ਕਿੱਥੋਂ ਤੱਕ ਜਾਈਏ? ਬੱਚੇ ਜਾ ਕੇ ਤੁਸੀਂ ਲੈ ਜਾਂਦੇ ਹੋ, ਕਹਿੰਦੇ ਅੱਤਵਾਦੀ ਆ, ਉੱਥੇ ਜਾ ਕੇ ਤੁਸੀਂ ਡਾਂਗਾ ਖਾ ਕੇ ਦੇਖ ਲਿਆ, ਪਾਣੀ ਅੱਗੇ ਖੜ ਕੇ ਦੇਖ ਲਿਆ, ਹੁਣ ਕੀ ਰਹਿ ਗਿਆ? ਅਥਰੂ ਗੈਸ ਦੇ ਗੋਲੇ ਵੀ ਖਾ ਕੇ ਦੇਖ ਲਏ, ਇਹ ਤੋਂ ਅੱਗੇ ਹੁਣ ਕੀ ਕਰਦੀ ਹੈ? ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਵੌਇਸ ਆਫ ਪੰਜਾਬ। ਮੈਂ ਜਿੰਦੀ ਮਰਜਾਣੀ ਤੇ ਦੋਸਤੋ ਅੱਜ ਅਸੀਂ ਪਹੁੰਚੇ ਹੋਏ ਹਾਂ 에ਅਰਪੋਰਟ ਰੋਡ ਸੁਹਾਣਾ ਸਾਹਿਬ ਗੁਰਦੁਆਰਾ ਦੇ ਸਾਹਮਣੇ, ਜਿੱਥੇ ਸਾਡੇ ਵੀਰਾਂ ਨੇ ਕਿਸਾਨੀ ਧਰਨਾ ਲਾਇਆ ਹੋਇਆ ਆ ਕਿ ਇਲੈਕਸ਼ਨਸ ਵੀ ਆਉਣ ਵਾਲੇ ਆ। ਤੁਹਾਨੂੰ ਲੱਗਦਾ ਕਿ ਸਰਕਾਰ ਇਲੈਕਸ਼ਨਸ ਦੇ ਵਾਸਤੇ ਹੀ ਕੁਝ ਕਰੂਗੀ? ਦੇਖੋ ਇਹ ਤਾਂ ਲੰਮੀਆਂ ਗੱਲਾਂ ਆ, ਇਹਦੇ ਬਾਰੇ ਕੋਈ ਭਵਿੱਖਬਾਣੀ ਕਰਨੀ ਕੋਈ ਮੈਨੇ ਨਹੀਂ ਰੱਖਦੀ ਹੈਗੀ। ਅਜੇ ਇਲੈਕਸ਼ਨ ਬਾਰੇ ਕੋਈ ਗੱਲ ਨਹੀਂ ਕਰ ਸਕਦੇ। ਨਾਲੇ ਸਾਡਾ ਅਜੇ ਇਲੈਕਸ਼ਨ ਨਾਲ ਸਾਡਾ ਕਿਹੜਾ ਮੰਨੇਗਾ ਇਲੈਕਸ਼ਨ ਨਾਲ? ਸਾਨੂੰ ਤਾਂ ਆਪਣੇ ਮਸਲੇ ਦੀ ਗੱਲ ਹੈ, ਸਾਡਾ ਮਸਲਾ ਹੱਲ ਹੋਣਾ ਚਾਹੀਦਾ। ਇਲੈਕਸ਼ਨ ਤਾਂ ਬਾਅਦ ਦੀ ਗੱਲ ਹੈ। ਮੇਰਾ ਮਤਲਬ ਹੈਗਾ ਕਿ ਇਲੈਕਸ਼ਨਸ ਆਉਣ ਵਾਲੇ ਆ, ਫਿਰ ਵੀ ਸਰਕਾਰਾਂ ਨੂੰ ਇਹ ਹੋਊਗਾ ਕਿ ਹਾਂਜੀ ਇਲੈਕਸ਼ਨਸ ਆਉਣ ਵਾਲੇ ਆ, ਜੇ ਅਸੀਂ ਆਪਣੀ ਸਰਕਾਰ ਲੈ ਕੇ ਆਉਣੀ ਆ ਤਾਂ ਆਵਾਮ ਦੇ ਲਈ ਕੁਛ ਨਾ ਕੁਛ ਤਾਂ ਕਰੀਏ ਨਾ। ਮੋਦੀ ਸਾਹਿਬ ਦੀ ਸਰ ਕਿਉਂ ਕੰਮ ਕਰਨਾ ਹੈ ਸਾਰਾ ਮੋਦੀ ਸਾਹਿਬ ਨੇ? ਮੋਦੀ ਸਾਹਿਬ ਦੀ ਸਰਕਾਰ ਅਜੇ ਹੈਗੀ, ਉਹਨਾਂ ਦੇ 2.5 ਸਾਲ ਪਏ ਹੈ ਅਜੇ ਉਹਨਾਂ ਨੂੰ ਕੋਈ ਅਜੇ ਫਿਕਰ ਨਹੀਂ ਹੈ ਸਰਕਾਰ ਦਾ, ਅਜੇ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੈ। ਕੰਮ ਚੱਲੀ ਜਾਂਦਾ, ਉਹਨਾਂ ਨੂੰ ਪਤਾ, ਉਹਨਾਂ ਦੀ ਮੈਜੋਰਟੀ ਬਹੁਤ ਜ਼ਿਆਦਾ ਮੈਜੋਰਟੀ ਹੈ, ਉਹਨਾਂ ਦੀ ਸਰਕਾਰ ਨੂੰ ਕੁਝ ਨਹੀਂ ਹੁੰਦਾ। 2.5 ਸਾਲ ਬਾਅਦ ਕੀ ਹੋਊਗਾ? ਜੇ ਉਹਨਾਂ ਨੂੰ ਚਿੰਤਾ ਹੁੰਦੀ 100 ਵਾਰੀ ਗੱਲ ਕਰਦੇ, ਕੋਈ ਗੱਲੇ ਨਹੀਂ ਕਰਦਾ ਹੈਗਾ। ਤੁਸੀਂ ਦੇਖਿਆ ਤੁਸੀਂ ਸਾਰੇ ਸਿਆਣੇ ਹੈਗੇ, ਕੋਈ ਹੋਰ ਦਾ ਮਾੜਾ ਮੋਟਾ ਕੋਈ ਜਵਾਬ ਕੋਈ ਐਮਪੀ ਦੇ ਦੂਗਾ, ਪਰ ਮੋਦੀ ਸਾਹਿਬ ਨੂੰ ਤਾਂ ਹੁੰਦਾ ਜਿਵੇਂ ਹਿੰਦੁਸਤਾਨ ਦੇ ਵਿੱਚ ਕੁਝ ਹੋਏ, ਮਸਲਾ ਹੀ ਨਹੀਂ ਹੈ, ਕਿਸਾਨੀ ਮਸਲਾ ਹੀ ਨਹੀਂ ਹੈ। ਉਹ ਤਾਂ ਐ ਪੇਸ਼ ਹੁੰਦੇ ਆ ਕਿ ਪਾਰਲੀਮੈਂਟ ਦੇ ਵਿੱਚ ਵੀ ਜਿਵੇਂ ਉਹਨੂੰ ਕੁਝ ਪਤਾ ਹੀ ਨਹੀਂ ਹੁੰਦਾ ਹੈਗਾ। ਉਹ ਤਾਂ ਬਹੁਤ ਲਾਈਟਲੀ ਲੈਂਦੇ ਇਸ ਮਸਲੇ ਨੂੰ, ਕਦੇ ਕਦੇ ਉਹਨਾਂ ਨੇ ਜਵਾਬ ਨਹੀਂ ਦਿਆ ਕਿਸਾਨਾਂ ਬਾਰੇ। ਤੇ ਕੱਲ ਦਾ 15 ਅਗਸਤ ਦਾ ਦਿਨ ਆ, ਤੇ ਕੱਲ ਨੂੰ ਤੁਹਾਡੇ ਕੀ ਪਲਾਨ ਹੈਗੇ ਆ? ਕभी ਕੀ ਕਰਨਾ ਕੱਲ? ਸਾਡਾ ਹੈਗਾ ਇੱਕ ਛੋਟਾ, ਸਾਡਾ ਤਾਂ ਇਸ ਇਲਾਕੇ ਦੀ ਗੱਲ ਹੈ, ਸਾਡਾ ਤਾਂ ਬਹੁਤ ਛੋਟਾ ਪ੍ਰੋਗਰਾਮ ਹੈ ਤੇ ਉਹ ਵੱਡੀਆਂ ਗੱਲਾਂ ਹੈਗੀਆਂ ਲੀਡਰਾਂ ਦੀ, ਉਹ ਕੀ ਕਰਦੇ ਹੈਗੇ। ਤੇ ਅਸੀਂ ਤਾਂ ਆਪਣਾ ਆਜ਼ਾਦੀ ਤਾਂ ਅਸੀਂ ਮਨਾਉਣੀ ਹੈ, ਪਰ ਨਾਲ ਅਸੀਂ ਅਫਸੋਸ ਵੀ ਪ੍ਰਗਟ ਕਰਨਾ ਹੈ ਕਿ ਸਾਡੀ ਗੱਲ ਸੁਣੋ। ਅਸੀਂ ਇਹ ਨਹੀਂ ਹੈਗਾ ਵੀ ਆਜ਼ਾਦੀ ਤੋਂ ਖਿਲਾਫ ਹੈ ਜਾਂ 15 ਅਗਸਤ ਤੋਂ ਅਸੀਂ ਖਿਲਾਫ ਹੈ, ਬਿਲਕੁਲ ਨਹੀਂ ਹੈ। ਸਾਨੂੰ ਬੜੀ ਖੁਸ਼ੀ ਹੈ, ਪਰ ਅਸੀਂ ਨਾਲ ਥੋੜ੍ਹਾ ਜਿਹਾ ਪ੍ਰੋਟੈਸਟ ਵੀ ਕਰ ਦੂੰਗੇ ਵੀ ਸਾਡੀ ਗੱਲ ਸੁਣੀ ਜਾਏ। ਹੋਰ ਸਾਡਾ ਕੋਈ ਮਕਸਦ ਨਹੀਂ ਹੈਗਾ, ਸਾਡਾ ਕਿਸੇ ਤਰੀਕੇ ਨਾਲ ਵੀ ਸਰਕਾਰ ਸਾਡੀ ਗੱਲ ਸੁਣੇ, ਸਾਡਾ ਦਾ ਮਕਸਦ ਇੱਕੋ ਹੈ ਬਸ। ਲੋਕਲਸ ਜਿਹੜੇ ਇੱਥੇ ਦੇ ਹੈਗੇ ਆ ਬਸ਼ਿੰਦੇ, ਉਹਨਾਂ ਦਾ ਕੀ ਰਿਐਕਸ਼ਨ ਹੈਗਾ ਆ? ਇੱਥੇ ਤੁਸੀਂ ਧਰਨੇ ਤੇ ਬੈਠੇ ਆ, ਰਿਐਕਸ਼ਨ ਤੁਸੀਂ ਜੀ ਕਿਸੇ ਚੌਕ ਤੇ ਚਲੇ ਜਾਓ, ਚੰਡੀਗੜ੍ਹ, ਹਾਲਾਂਕਿ ਦੇਖੋ ਚੰਡੀਗੜ੍ਹ ਦੇ ਵਿੱਚ ਤਾਂ ਜ਼ਮੀਨਾਂ ਨਹੀਂ ਹੈਗੀਆਂ, ਭਾਵੇਂ ਉਹਨਾਂ ਦਾ ਸੰਬੰਧ ਕਿਸਾਨੀ ਨਾਲ ਹੋਊਗਾ, ਪਰ ਮੁਲਾਜ਼ਮ ਮੁਤਾਬਕ ਕੋਈ ਹੋਰ ਬਿਜ਼ਨਸਮੈਨ ਹੈ, ਉੱਥੇ ਵੀ ਚੌਂਕਾਂ ਦੇ ਆ ਕੇ ਦੇਖ ਲਿਓ ਮਟਕਾ ਚੌਂਕ 'ਤੇ ਜਾ ਕੇ ਦੇਖ ਲਿਓ, ਤੁਸੀਂ ਮੋਹਾਲੀ ਦੇ ਕਿਤੇ ਜਾ ਕੇ ਚੌਂਕ 'ਤੇ ਜਾ ਕੇ ਦੇਖ ਲਿਓ ਕਿਵੇਂ ਕਾਲੇ ਝੰਡੇ ਲਈ ਬੈਠੇ ਹੈਗੇ ਨੌਜਵਾਨ ਮੁੰਡੇ, ਬੀਬੀਆਂ, ਕੁੜੀਆਂ ਸਾਡੀਆਂ, ਲੜਕੀਆਂ, ਭੈਣਾਂ ਸਾਡੀਆਂ, ਤੇ ਬੁੱਢੇ ਬਜ਼ੁਰਗ ਸਾਰੇ ਬੈਠੇਗੇ ਧਰਨਿਆਂ 'ਤੇ ਬੈਠੇਗੇ। ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰੋਟੈਸਟ ਹੋ ਰਿਹਾ ਹੈ। ਪ੍ਰੋਟੈਸਟ ਦਾ ਤੁਹਾਨੂੰ ਪਤਾ ਡੈਮੋਕ੍ਰੇਸੀ ਦੇ ਵਿੱਚ ਤਾਂ ਵੀ ਸਰਕਾਰ ਤੱਕ ਆਵਾਜ਼ ਪਹੁੰਚਾਉਣੀ ਹੈ, ਕਿਸ ਤਰੀਕੇ ਨਾਲ ਪਹੁੰਚਾਉਣੀ ਹੈ। ਹਰੇਕ ਬੰਦਾ ਆਪਣੇ ਜ਼ਰੀਏ ਨਾਲ ਸਰਕਾਰ ਕੋਲ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਵੀ ਸਾਡੀ ਸਰਕਾਰ ਦੇ ਕੰਨ ਦੇ ਵਿੱਚ ਸਾਡੀ ਆਵਾਜ਼ ਜਾਏ। ਪ੍ਰੋਟੈਕਸ਼ਨ ਨਹੀਂ ਰੱਖਿਆ ਕਿ ਅਸੀਂ ਸਰਕਾਰ ਦੇ ਖਿਲਾਫ ਕੋਈ ਕਰ ਸਕੀਏ, ਕਿਉਂਕਿ ਅਸੀਂ 26 ਜਨਵਰੀ ਨੂੰ ਕਰਕੇ ਦੇਖ ਲਿਆ, ਸਾਡੇ ਨਾਲ ਉਹਨਾਂ ਨੇ ਕੁਛ ਨਹੀਂ ਵੀ। ਉਹ ਦੇਖੋ ਹੁਣ ਵੋਟਾਂ ਦੀ ਤੁਸੀਂ ਪਿੱਛੇ ਗੱਲ ਕੀਤੀ ਸੀ ਕਿ ਆਪਣੀ ਵੋਟਿੰਗ ਆ ਰਹੀ ਹੈ, ਵੋਟਿੰਗ ਬਾਰੇ ਇਹਨਾਂ ਦਾ ਕੀ ਵੋਟਿੰਗ ਆ ਰਹੀ ਹੈ, ਪਰ ਲੇਕਿਨ ਸਾਰੇ ਹੁਣ ਦੇਖੋ ਵੋਟਿੰਗ ਦੇ ਵਿੱਚ ਉਹਨਾਂ ਨੇ ਵੀ ਇਹੀ ਕਿਹਾ ਕਿ ਅਸੀਂ ਬਿਜਲੀ ਫ੍ਰੀ ਕਰ ਦਾਂਗੇ ਜੀ। ਕੋਈ 300 ਯੂਨਿਟ ਬਿਜਲੀ ਫ੍ਰੀ ਦੇ ਰਿਹਾ, ਕੋਈ 500 ਯੂਨਿਟ ਬਿਜਲੀ ਫ੍ਰੀ ਦੇ ਰਿਹਾ, ਪਰ ਲੇਕਿਨ ਇਹਨਾਂ ਵਾਸਤੇ ਕੋਈ ਕੁਝ ਨਹੀਂ ਕਹਿ ਰਿਹਾ ਕਿ ਅਸੀਂ ਕਾਨੂੰਨ ਰੱਦ ਕਰਾਵਾਂਗੇ। ਕਿ 1.5 ਸਾਲ ਤੋਂ ਉੱਪਰ ਸੰਘਰਸ਼ ਉਹ ਹੈ ਸ਼ੁਰੂ ਹੋ ਗਿਆ, ਕਿਸੇ ਨੇ ਵੀ ਇਹਨਾਂ ਦੇ ਇੱਕ ਹੱਕ 'ਚ ਗੱਲ ਨਹੀਂ ਕੀਤੀ। ਇਹ ਬਜ਼ੁਰਗ ਇੱਥੇ ਬੈਠੇ ਨੇ, ਅੱਗੇ ਚਲੇ ਜਾਓ ਥੋੜ੍ਹੀ, ਉੱਥੇ ਨੌਜਵਾਨ ਬੈਠੇ ਹੋਣਗੇ, ਉਹ ਤੋਂ ਅੱਗੇ ਫਿਰ ਨੌਜਵਾਨ ਖੜ੍ਹੇ ਨੇ। ਮੈਂ ਰਾਤੀ ਵੀ ਮੈਨੂੰ ਇੱਥੇ 1.5 ਮਹੀਨਾ ਹੋ ਗਿਆ ਇੱਥੇ ਆਏ ਨੂੰ, ਮੈਂ ਗੋਆ ਤੋਂ ਆਇਆ, 1.5 ਮਹੀਨਾ ਹੋ ਗਿਆ ਮੈਨੂੰ ਇੱਥੇ। ਮੈਂ ਮੋਹਾਲੀ ਦੇ ਵਿੱਚ ਇਹੀ ਦੇਖ ਰਿਹਾ ਰੋਜ਼। ਤੁਸੀਂ ਗੋਆ ਰਹਿੰਦੇ ਹੋ? ਨਹੀਂ, ਮੈਂ ਗੋਆ ਨਹੀਂ ਰਹਿੰਦਾ, ਐਕਚੁਅਲੀ ਗੋਆ ਕੰਮ ਕਰਦਾ ਸੀ ਆਪਣਾ, ਉੱਥੇ ਲੋਕਡਾਊਨ ਦੀ ਵਜ੍ਹਾ ਤੋਂ ਮੈਂ ਫਿਰ ਪੰਜਾਬ 'ਚ ਆ ਗਿਆ। ਮੈਂ ਅਨੰਦਪੁਰ ਸਾਹਿਬ ਦਾ ਵਾਸੀ ਹਾਂ ਅਤੇ ਹੁਣ ਇੱਥੇ ਆਪਣੇ ਮੋਟੋਰ ਸੈਕਟਰ ਦੇ ਵਿੱਚ ਰਹਿ ਕੇ ਕੰਮ ਕਰ ਰਿਹਾ। ਹਾਂਜੀ, ਅਤੇ ਮੈਂ ਤਾਂ ਇਹੀ ਕਹਿੰਦਾ ਕਿ 1.5 ਮਹੀਨੇ ਤੋਂ ਇਹ ਆਪਣਾ 1.5 ਸਾਲ ਤੋਂ ਬੈਠੇ ਨੇ ਇੱਥੇ। ਸਰਕਾਰ ਕਹਿ ਰਹੀ ਹੈ 300 ਯੂਨਿਟ ਬਿਜਲੀ ਫ੍ਰੀ ਕਰਾਂਗੇ, 500 ਯੂਨਿਟ ਬਿਜਲੀ ਫ੍ਰੀ ਕਰਾਂਗੇ, ਪਰ ਲੇਕਿਨ ਇਹਨਾਂ ਦੇ ਕਾਨੂੰਨ ਕਦੋਂ ਰੱਦ ਹੋਣਗੇ ਇਹਦੇ ਬਾਰੇ ਕੋਈ ਐਮਐਲਏ ਕੋਈ ਨੇਤਾ ਕੋਈ ਸੀਐਮ ਨਹੀਂ ਬੋਲ ਰਿਹਾ। ਕਿਉਂ? ਪ੍ਰਾਈਮ ਮਿਨਿਸਟਰ ਮੋਦੀ ਜੀ ਗੁਜਰਾਤ 'ਚ ਬੈਠੇ ਨੇ, ਕਿ ਉਹਨਾਂ ਨੇ ਹੁਣ ਹਿੰਦੀ ਦੇ ਵਿੱਚ ਇਹ ਗੱਲ ਦੱਸੀ ਜਾਵੇ ਕਿ ਸਾਡੇ ਇਹ ਪੰਜਾਬੀ ਇਹਨਾਂ ਨੇ ਹੁਣ ਹਿੰਦੀ ਦੇ ਵਿੱਚ ਇਹ ਗੱਲ ਕਰੀ ਜਾਵੇ ਇਹਨਾਂ ਨਾਲ? ਤੁਸੀਂ ਦੱਸੋ। ਠੀਕ ਆ, ਮੰਨਦੇ ਆ ਅਸੀਂ ਖੂਨੀ ਜਜ਼ਬਾਤ ਆ ਸਾਡੇ ਅੰਦਰ, ਅਸੀਂ ਬਹੁਤ ਕੁਝ ਕਰਕੇ ਦੇਖ ਲਿਆ। ਕਿੱਥੋਂ ਤੱਕ ਜਾਈਏ? ਗੋਲੀਆਂ ਵੀ ਖਾ ਕੇ ਦੇਖ ਲਿਆ, ਸਾਡੇ 3 ਮੁੰਡੇ ਮਰਵਾਤੇ ਇਹਨਾਂ ਨੇ, ਇੱਕ ਅੰਮ੍ਰਿਤਸਰ 'ਚ ਮਰਵਾਇਆ, ਕਬੱਡੀ ਵਾਲਾ ਮਰਵਾਤਾ, ਪਰ ਫਿਰ ਵੀ ਸਾਡੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ? ਕਿੱਥੋਂ ਤੱਕ ਜਾਈਏ? ਅਸੀਂ ਜਾਨਾਂ ਦੇਣ ਨੂੰ ਵੀ ਤਿਆਰ ਬੈਠੇ ਨੇ, ਬੱਚੇ ਜਾ ਕੇ ਤੁਸੀਂ ਲੈ ਜਾਂਦੇ ਹੋ, ਕਹਿੰਦੇ ਅੱਤਵਾਦੀ ਆ, ਉੱਥੇ ਜਾ ਕੇ ਤੁਸੀਂ ਬਾਅਦ ਆਪਣਾ ਪੁਲਿਸ ਸਟੇਸ਼ਨ ਤੋਂ ਬਾਹਰ ਛੱਡ ਦਿੰਦੇ ਹੋ, ਉੱਥੇ ਜਾ ਕੇ ਤੁਸੀਂ ਛੱਡ ਦਿੰਦੇ ਹੋ, ਫਿਰ ਜ਼ਿਆਦਾ ਕਹਿੰਦੇ ਹੋ ਅੱਤਵਾਦੀ ਹੋ, ਫਿਰ ਲੈ ਕੇ ਜਾਓ, ਫਿਰ ਅੰਦਰ ਪਾਓ ਵੀ ਨਾ ਜੇਲ੍ਹਾਂ 'ਚ। ਹੁਣ ਤੁਸੀਂ ਦੱਸੋ ਅਸੀਂ ਕਿੱਥੇ ਤੱਕ ਜਾਈਏ?
ਤੁਹਾਨੂੰ ਲੱਗਦਾ ਆ ਕਿ ਜੇ ਆਪਾਂ ਜੇਲ੍ਹਾਂ ਦੇ ਵਿੱਚ ਵੀ ਜਾਂਦੇ ਹਾਂ ਤਾਂ ਇਹਦਾ ਕੋਈ ਹੱਲ ਹੈਗਾ ਆ? ਹੈਗਾ ਆ, ਪਰ ਕਰਨਗੇ ਕੀ ਜੇਲ੍ਹਾਂ 'ਚ ਆ ਕੇ? ਤੁਸੀਂ ਪਾ ਲਓ, ਪਹਿਲਾਂ ਵੀ ਜਦੋਂ ਆਪਣਾ ਕਹਿੰਦੇ 84 ਵਾਲਾ ਵੇਲਾ ਸੀ, ਉਦੋਂ ਵੀ ਸਾਡੇ ਸਿੰਘ ਜਾਂਦੇ ਰਹੇ ਆ ਆਪਣਾ ਜੇਲ੍ਹਾਂ ਦੇ ਵਿੱਚ ਜਾਂਦੇ ਰਹੇ ਆ। ਉਦੋਂ ਬਾਅਦ ਫਿਰ ਇਹਨਾਂ ਨੇ ਰਿਹਾਈ ਕੀਤੀ, ਕੋਈ ਕੁਝ ਨਹੀਂ ਹੋ ਰਿਹਾ। ਸਭ ਕੁਝ ਕਰਕੇ ਦੇਖ ਲਿਆ ਸੀ, ਦੱਸੋ ਹੁਣ ਕੀ ਕਰੀਏ? ਧੁੱਪ 'ਚ ਖੜੇ ਰਹਿ ਕੇ ਵੀ ਦੇਖ ਲਿਆ, ਡਾਂਗਾ ਖਾ ਕੇ ਦੇਖ ਲਿਆ, ਪਾਣੀ ਅੱਗੇ ਖੜ ਕੇ ਦੇਖ ਲਿਆ, ਹੁਣ ਕੀ ਰਹਿ ਗਿਆ? ਅਥਰੂ ਗੈਸ ਦੇ ਗੋਲੇ ਵੀ ਖਾ ਕੇ ਦੇਖ ਲਏ, ਇਹ ਤੋਂ ਅੱਗੇ ਹੁਣ ਕੀ ਕਰਦੀ ਹੈ ਹੁਣ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਮ ਤੇ ਕਿੱਥੋਂ ਤੁਸੀਂ? ਮੈਂ ਜੀ, ਮੇਰਾ ਨਾਮ ਸੱਜਣ ਸਿੰਘ, ਮੈਂ ਇਸ ਵੇਲੇ ਰਿਟਾਇਰੀ ਅਫਸਰ ਐਸੋਸੀਏਸ਼ਨ ਦਾ ਮੈਂ ਆਲ ਇੰਡੀਆ ਦਾ ਅਹੁਦੇਦਾਰ ਹਾਂ। ਬੇਸਿਕਲੀ ਕਿਸਾਨ ਹਾਂ, ਹਲ ਵਾਹੁੰਦਾ, ਮੱਝਾਂ ਚੋਂਦਾ, ਨੌਕਰੀ 'ਚ ਆ ਗਿਆ ਚੰਗੇ ਸਮਿਆਂ ਦੇ ਵਿੱਚ। ਹੁਣ ਮੈਂ ਰਿਟਾਇਰਮੈਂਟ ਤੋਂ ਬਾਅਦ ਜਿੱਥੇ ਮੈਂ ਆਪਣੇ ਰਿਟਾਇਰਡ EMPLOYEES ਦਾ ਹਿੱਤ ਵੇਖਦਾ, ਉੱਥੇ ਕਿਸਾਨੀ ਦੇ ਨਾਲ ਲਗਾਤਾਰ ਜੁੜਿਆ ਹੋਇਆ ਤੇ ਪੀੜਾ ਬਹੁਤ ਹੈ ਇਸ ਸਮੇਂ, ਅੰਤ ਦੀ ਪੀੜਾ ਹੈ ਜੋ ਹਾਲਾਤ ਦੇਖ ਰਹੇ ਹਾਂ ਅਸੀਂ। ਮੈਂ ਸਿਰਫ ਇੱਕ ਗੱਲ ਜ਼ਰੂਰ ਸਟਾਰਟਿੰਗ 'ਚ ਕਹਿਣੀ ਚਾਹਨਾ, ਕੋਈ ਚਿੰਤਾ ਨਹੀਂ ਸਾਨੂੰ ਹੁਣ ਆਪਣੀ। ਅਸੀਂ ਜ਼ਿੰਦਗੀ ਦਾ ਹਰ ਪਲ ਹੰਢਾ ਲਿਆ, ਚੰਗੇ ਪਲ ਵੀ ਦੇਖੇ, ਔਖੇ ਵਕਤ ਵੀ ਦੇਖੇ, ਲੇਕਿਨ ਜੋ ਇਸ ਵੇਲੇ ਚਿੰਤਾ ਪੀੜਾ ਸਾਨੂੰ ਆਪਣੀਆਂ ਅਗਲੀਆਂ ਪੀੜ੍ਹੀਆਂ ਦੀ ਦਿਸ ਰਹੀ ਹੈ, ਉਹ ਬਹੁਤ ਸਤਾ ਰਹੀ ਹੈ। ਗੱਲ ਮੈਂ ਪਹਿਲਾਂ ਸ਼ੁਰੂਆਤ ਇੱਥੋਂ ਕਰਨੀ ਸੀ ਕਿ ਮੈਂ ਪੰਜਾਬ ਦਾ ਧੰਨਵਾਦੀ ਹਾਂ ਕਿ ਤੁਸੀਂ ਇੱਕ ਸੈਂਸਿਟਿਵ ਇਸ਼ੂ ਨੂੰ ਟੱਚ ਕਰਕੇ ਲੋਕਾਂ ਦੀ ਆਵਾਜ਼ ਸੁਣਨ ਆਏ ਹੋ। ਸਿਰ ਨਿਭਾਉਣਾ ਇਸ ਵਕਤ ਜੋ ਦੇਸ਼ ਦਾ ਮਾਹੌਲ ਬਣ ਗਿਆ, ਇਹ ਇਕੱਲਾ ਹੁਣ ਕਿਸਾਨੀ ਦਾ ਇਸ਼ੂ ਨਹੀਂ ਰਿਹਾ, ਇਹ ਆਵਾਮ ਦਾ ਇਸ਼ੂ ਬਣ ਗਿਆ। ਜੋ ਕਿਸਾਨ ਕਹਿੰਦੇ ਨੇ ਨਾ ਕਿ ਇਹ ਗੱਲ ਫਸਲਾਂ ਦੀ ਨਹੀਂ, ਇਹ ਗੱਲ ਹੁਣ ਨਸਲਾਂ ਦੀ ਹੈ, ਇਹ ਬਿਲਕੁਲ ਸੱਚਾਈ ਹੈ 100%। ਜੇ ਕਿਸਾਨੀ ਮਰ ਗਈ ਤਾਂ ਕੋਈ ਵਰਗ ਨਹੀਂ ਬਚਣਾ, ਕੋਈ ਵੀ ਵਰਗ। ਜਿਹੜੇ ਅੱਜ ਵੱਡੇ ਵੱਡੇ ਕਾਰਪੋਰੇਟ ਘਰਾਣੇ ਵੀ ਉਹ ਲੋਕ ਵੀ ਵੀ ਨੋ ਇਟ ਵੈਰੀ ਵੈਲ ਕਿ ਉਹਨਾਂ ਦਾ ਹਾਲ ਵੀ ਕੀ ਹੋਏਗਾ। ਇਹ ਬੈਕਬੋਨ ਹੈ, ਰੀੜ੍ਹ ਦੀ ਹੱਡੀ ਹੈ ਇਸ ਦੇਸ਼ ਦੀ ਇਕੋਨਮੀ ਦੀ, ਕਿਸਾਨੀ ਜਿਹੜੀ ਹੈ। ਇਹਨਾਂ ਨੂੰ ਸੁਣਿਆ ਜਾਣਾ ਚਾਹੀਦਾ ਹੈ। ਖਾਸ ਕਰਕੇ ਉਚੇਚੇ ਤੌਰ 'ਤੇ ਮੈਂ ਪਾਰਲੀਮੈਂਟ ਸੈਸ਼ਨ ਦੀ ਇਸ ਵਾਰ ਦੀ ਗੱਲ ਕਰਨਾ, ਮੈਂ ਵਾਅਦੇ ਨਾਲ ਕਹਿ ਸਕਦਾ ਸਾਡੀ ਕਿਸਾਨੀ ਜਿੱਤੀ ਹੈ। ਮੋਦੀ ਸਾਹਿਬ ਹਾਰੇ ਨੇ, ਮੋਦੀ ਸਾਹਿਬ ਹਾਰੇ ਨੇ। ਕਿਵੇਂ? ਫਸਟ ਟਾਈਮ ਕਿਸੇ ਦਾ ਵਿਪ ਚੱਲਿਆ, ਫਸਟ ਟਾਈਮ ਵਿਪ ਚੱਲਿਆ। ਇਹਨੂੰ ਦੇਸ਼ ਦਾ ਹਰ ਬੁੱਧੀਜੀਵੀ, ਹਰ ਇੰਟਲੈਕਚੁਅਲ ਅੱਜ ਅੰਡਰਸਟੈਂਡ ਕਰ ਰਿਹਾ। ਕਿਸੇ ਮਾਈ ਦੇ ਲਾਲ ਦੀ, ਚਾਹੇ ਉਹ ਕਿਸਾਨਾਂ ਨਾਲ ਸਹਿਮਤ ਹੈ ਜਾਂ ਨਹੀਂ ਹੈ, ਆਪੋਜੀਸ਼ਨ ਦੇ ਹਰ ਮੈਂਬਰ ਪਾਰਲੀਮੈਂਟ ਨੂੰ ਧੁੱਪੇ ਖੜਾ ਕਰ ਦਿੱਤਾ ਸਹੀ ਮਾਇਨੇ 'ਚ, ਜਿਹਨੂੰ ਕਹਿੰਦੇ ਨਾ ਅਸੀਂ। ਕੋਈ ਮਾਈ ਦਾ ਲਾਲ 14 ਦੇ 14 ਦਿਨ 'ਚ ਕੋਈ ਹੋਊਗਾ ਜਿਹਦੀ ਕੋਈ ਐਮਰਜੈਂਸੀ ਪੈ ਗਈ ਹੋਗੀ, ਕੋਈ ਮੈਂਬਰ ਪਾਰਲੀਮੈਂਟ ਛੱਡ ਕੇ ਨਹੀਂ ਗਿਆ। ਔਰ ਮੁੱਦੇ 3 ਮੁੱਦੇ, ਮੈਂ ਕਹਿੰਦਾ ਦੇਸ਼ ਹੋਰ ਕੀ ਚਾਹੁੰਦਾ ਹੈ? 3 ਮੁੱਦਿਆਂ ਦੀ ਲੜਾਈ, ਕਿਸਾਨੀ ਇਸ਼ੂ, ਮਹਿੰਗਾਈ ਦਾ ਮੁੱਦਾ, ਪੈਗਾਸਸ ਦਾ ਮੁੱਦਾ, ਜਿਹੜੇ ਬਹੁਤ ਅਤ ਦੇ ਇੰਪੋਰਟੈਂਟ ਨੇ ਦੇਸ਼ ਦੇ ਲਈ। ਉਹਨਾਂ ਦੇ ਲਈ ਕਿਸਾਨੀ ਮੋਰਚੇ ਨੇ ਵਿਪ ਜਾਰੀ ਕਰਕੇ ਅੱਜ ਆਪੋਜੀਸ਼ਨ ਦੀ ਹੋਂਦ ਬਣਾਤੀ ਦੇਸ਼ ਦੇ ਵਿੱਚ। ਇਹ ਮੋਦੀ ਸਾਹਿਬ ਨੂੰ ਦੀਵਾਰ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ। ਮੈਂ ਤੁਹਾਡੇ ਮਾਧਿਅਮ ਦੇ ਨਾਲ ਇਹ ਗੱਲ ਕਰਨੀ ਚਾਹੁੰਦਾ। ਤੇ ਬਾਕੀ ਤੁਸੀਂ ਮਹਿਸੂਸ ਕਰੋਗੇ ਕਿ ਇਸ ਵੇਲੇ ਕੁਝ ਲੋਕ ਜਿਹੜੇ ਹੋ ਸਕਦਾ ਸਾਡੀ ਮੋਦੀ ਦੇ ਸਿੰਪੈਥਾਈਜ਼ਰ ਵੀ ਹੋਣ, ਲੇਕਿਨ ਉਹ ਇਸ ਚੀਜ਼ ਨੂੰ ਸਮਝਣ ਲੱਗ ਪਏ ਨੇ ਕਿ ਕਿਸਾਨਾਂ ਨੂੰ ਸੁਣਿਆ ਜਾਣਾ ਚਾਹੀਦਾ ਹੈ। ਮੇਰੀ ਵੀ ਤੁਹਾਡੇ ਮਾਧਿਅਮ 'ਤੇ ਇਹੀ ਗੱਲ ਹੈ, ਕਿਸਾਨਾਂ ਨੂੰ ਸੁਣੋ। ਦੇਸ਼ ਦੇ ਵਿੱਚ ਅਕ੍ਰੋਸ ਦੀ ਟੇਬਲ ਮੁੱਦੇ ਹੱਲ ਹੁੰਦੇ ਆਏ ਨੇ। ਜਿੱਥੇ ਸੁਣਿਆ ਨਹੀਂ ਜਾਂਦਾ, ਜਿੱਥੇ ਆਵਾਜ਼ ਲੋਕਾਂ ਦੀ ਸੁਣੀ ਨਹੀਂ ਜਾਂਦੀ, ਉਹ ਲੋਕਤੰਤਰ ਦੇਸ਼ ਨਹੀਂ ਹੋ ਸਕਦਾ। ਜੇ ਲੋਕਤੰਤਰ ਦਾ ਗਲਾ ਘੁੱਟਣਾ ਹੈ ਤੇ ਫਿਰ ਅਨਾਰਕੀ ਪੈਦਾ ਹੁੰਦੀ ਹੈ। ਅਸੀਂ ਨਹੀਂ ਚਾਹੁੰਦੇ ਉਸ ਵੱਲ ਨੂੰ ਦੇਸ਼ ਵਧੇ। ਸਾਡੇ ਬੱਚਿਆਂ ਦੀਆਂ ਜ਼ਿੰਦਗੀਆਂ ਬੜੀਆਂ ਕੀਮਤੀ ਨੇ, ਉਹ ਕੋਈ ਗਲਤ ਰਸਤਾ ਨਾ ਪਕੜਨ ਵਾਲੇ ਦਿਨਾਂ 'ਚ ਇਸ ਸਿਸਟਮ ਤੋਂ ਤੰਗ ਆ ਕੇ, ਇਸ ਸਿਸਟਮ ਦੇ ਵਿੱਚ ਰਹਿੰਦਿਆਂ ਹੋਇਆਂ ਕਿਸਾਨੀ ਨਾਲ ਗੱਲ ਕੀਤੀ ਜਾਵੇ, ਦੇਸ਼ ਨੂੰ ਬਚਾਇਆ ਜਾਵੇ। ਮੈਂ ਤਾਂ ਇੱਕ ਗੱਲ ਹੋਰ ਵੀ ਐਡ ਕਰਦਾ ਹੁੰਦਾ ਇਹਦੇ ਵਿੱਚ ਹਮੇਸ਼ਾ ਕਿ ਕਿਸਾਨੀ ਦੀ ਤਾਕਤ ਜਿਹੜੀ ਹੈ, ਉਹਨਾਂ ਦਾ ਤਾਕਤ ਹੈ, ਉਹਨੂੰ ਦੇਸ਼ ਦੀ ਡਿਵੈਲਪਮੈਂਟ ਵਾਸਤੇ ਵਰਤੋ। ਇਹਨਾਂ ਨਾਰਿਆਂ, ਝਗੜਿਆਂ, ਧਰਨਿਆਂ 'ਚ ਨਾ ਵਰਤੋ।
ਜੋ 1 ਸਾਲ ਤੋਂ ਇਸ ਵੇਲੇ ਬਾਰਡਰਾਂ ਤੇ ਬੈਠੇ ਨੇ, ਉਹ એનર્ਜੀ ਉੱਥੇ ਨਹੀਂ ਜਾਣੀ ਚਾਹੀਦੀ। ਦੇਸ਼ ਦੇ ਵਿੱਚ ਹੋਰ ਅੰਨ ਵਧੇ, ਪ੍ਰੋਡਕਟਿਵਿਟੀ ਵਧੇ, ਨਾਲ ਲੱਗਦੇ ਯੂਨਿਟ ਬਣ, ਐਗਰੋ ਬੇਸਡ ਯੂਨਿਟ ਬਣ, ਜਿੱਥੇ ਕਿਸਾਨੀ ਔਰ ਕਿਸਾਨੀ ਦੇ ਪੁੱਤਰਾਂ ਦੀ ਜਿਹੜੀ ਸਹੀ ਮਾਇਨੇ ਦੇ ਵਿੱਚ ਯੂਟਿਲਾਈਜੇਸ਼ਨ ਹੋ ਸਕੇ। ਔਰ ਦੂਸਰਾ, ਕਿਸਾਨੀ ਨੇ ਸਾਬਤ ਕਰ ਦਿੱਤਾ ਕਿ ਇਸ ਦੇਸ਼ ਦੀਆਂ ਸਰਕਾਰਾਂ ਕੰਡੇ ਬੀਜਦੀਆਂ ਨੇ, ਕਿਸਾਨ ਫੁੱਲ ਬੀਜਦੇ ਆ। ਇਟ ਹੈਜ਼ ਬੀਨ ਪ੍ਰੂਵਡ। ਜੇ ਅਜੇ ਵੀ ਨਾ ਸਮਝੀ ਸਰਕਾਰ, ਜੇ ਅਜੇ ਵੀ ਇਸ ਮਾਮਲੇ ਨੂੰ ਲਾਈਟਲੀ ਲੈਣ, ਤੇ ਮੈਂ ਸਮਝਦਾ ਉਹ ਭੁਲੇਖਾ ਹੈ। ਉੱਥੇ ਲਿਆ ਕੇ ਮੈਂ ਗੱਲ ਬੰਦ ਕਰਾਂਗਾ। ਅਸੀਂ ਲਾਈਫ ਦੇ ਜ਼ਿੰਦਗੀ ਦੇ ਹਰ ਤਜਰਬੇ ਦੇਖ ਲਏ ਆ। ਸਾਨੂੰ ਚਿੰਤਾ ਆਪਣੇ ਬੱਚਿਆਂ ਦੀ ਹੈ। ਜਿਹੜਾ ਜੋਸ਼ ਹੁੰਦਾ ਨਾ, ਉਹਦਾ ਭਾਂਡਾ ਜਿਹੜਾ ਨਾ, ਉਹਦਾ ਸਬਰ ਦੀ ਹੱਦ ਨਹੀਂ ਦੇਖਣੀ ਚਾਹੀਦੀ ਕਦੀ ਵੀ। ਉਹਨਾਂ ਬੱਚਿਆਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਲਈ, ਉਹਨਾਂ ਦੇ ਪ੍ਰਾਈਮ ਟਾਈਮ ਦੀ ਯੂਟਿਲਾਈਜੇਸ਼ਨ ਦੇ ਲਈ ਕੰਮ ਕਰੋ, ਉੱਥੇ ਲਾਓ ਤੁਸੀਂ, ਨਾ ਕਿ ਕਿਸੇ ਗਲਤ ਸੋਚ ਦਾ ਉਹ ਸ਼ਿਕਾਰ ਹੋ ਜਾਣ ਕਿਸੇ ਵੇਲੇ। ਇੰਨੀ ਕੋ ਮੇਰੀ ਬੇਨਤੀ। ਤੇ ਦੋਸਤੋ, ਇਹ ਆ ਸਾਡੇ ਕਿਸਾਨ ਵੀਰ ਜੋ ਆਪਣਾ ਰੋਸ ਪ੍ਰਗਟਾਵਾ ਕਰਦੇ ਆ, ਧਰਨੇ ਤੇ ਬੈਠੇ ਆ। ਲਾਸਟ ਮੈਂ ਕਹਿੰਦੀ ਆ ਕਿ ਜੁਲਾਈ ਅਗਸਤ ਤੋਂ ਹੀ ਰੋਸ ਪ੍ਰਦਰਸ਼ਨ ਚੱਲਦੇ ਸੀਗੇ, ਤੇ ਹੁਣ ਸਾਲ ਆਉਣ ਨੂੰ ਹੋ ਚੱਲਿਆ ਆ। ਤੇ ਅਸੀਂ ਤਾਂ ਇਹ ਦੁਆਵਾਂ ਕਰੀਦੀਆਂ ਕਿ ਸਰਕਾਰਾਂ ਜਿਹੜੀਆਂ ਹੈਗੀਆਂ ਜਲਦੀ ਤੋਂ ਜਲਦੀ ਕੋਈ ਡਿਸੀਜਨ ਲੈਣ, ਇਹਨਾਂ ਦੇ ਜੋ ਮੰਗਾਂ ਹੈਗੀਆਂ ਉਹਨਾਂ ਨੂੰ ਪੂਰੀਆਂ ਕਰਨ, ਤੇ ਹਰ ਇੱਕ ਖੁਸ਼ੀ ਆਪਣੇ ਘਰਾਂ ਦੇ ਵਿੱਚ ਜਾਵੇ। ਤੇ ਇਸ ਦੇਸ਼ ਦੀ ਤਰੱਕੀ ਦੇ ਵਿੱਚ ਤਾਂ ਕਿਸਾਨਾਂ ਦਾ ਸਭ ਤੋਂ ਵੱਡਾ ਯੋਗਦਾਨ ਹੈਗਾ ਹੀ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਨੌਜਵਾਨ ਪੀੜ੍ਹੀ ਆ ਕਿਸਾਨੀ ਦੇ ਨਾਲ ਜੁੜੀ ਹੋਈ ਆ, ਤੇ ਉਹ ਤਾਂ ਹੈਗੇ ਹੀ ਹੈ, ਬਟ ਹਰ ਇੱਕ ਵਰਗ ਦਾ ਇਨਸਾਨ ਜੋ ਰੋਟੀ ਖਾ ਕੇ ਸੌਂਦਾ ਆ, ਉਸ ਦਾ ਯੋਗਦਾਨ ਵੀ ਇਸ ਧਰਨੇ ਦੇ ਉੱਤੇ, ਇਸ ਕਿਸਾਨੀ ਅੰਦੋਲਨ ਦੇ ਵਿੱਚ ਪੈ ਰਿਹਾ ਆ। ਤੇ ਇਸ ਉਮੀਦ ਦੇ ਨਾਲ ਦੋਸਤੋ ਤੁਹਾਡੇ ਕੋਲੋਂ ਇਜਾਜ਼ਤ ਲੈਣੀ ਆ ਕਿ ਤੁਹਾਡਾ ਸਮਰਥਨ ਜਿਹੜਾ ਹੈਗਾ ਆ ਕਿਸਾਨੀ ਅੰਦੋਲਨ ਨੂੰ ਜ਼ਰੂਰ ਬਣਿਆ ਰਹੂਗਾ। ਤੇ ਮਿਲਦੇ ਹਾਂ ਜਲਦੀ ਹੀ ਕਿਸੇ ਹੋਰ ਜਗ੍ਹਾ ਤੇ। ਤਦ ਤੱਕ ਸਤਿ ਸ਼੍ਰੀ ਅਕਾਲ।